ਸਾਡੇ ਪਰਿਵਾਰ ਦੇ ਵਿੱਚ ਕੋਈ ਕੰਮ ਨੂੰ ਵੱਡਾ ਛੋਟਾ ਨਹੀਂ ਮੰਨਿਆ ਜਾਂਦਾ ਹੈਗਾ। ਕੋਈ ਵੀ ਕੰਮ ਹੈ ਕਿਹੋ ਜਿਹਾ ਵੀ ਹੈ ਸਾਨੂੰ ਲੱਗਦਾ ਵੀ ਠੀਕ ਹੈ ਕਰ ਸਕਦੇ ਹਾਂ ਔਰ ਈਗੋਲੈਸ ਹੈ ਸਾਰਾ ਕੁਝ। ਮੈਂ ਗਰਾਊਂਡ ਲੈਵਲ ਤੇ ਹੀ ਖੁਸ਼ ਹਾਂ ਤੇ ਵਧੀਆ ਵਾਂ, ਆਪਦੀ ਲਾਈਫ ਇੰਜੋਏ ਕਰ ਰਹੀ ਹਾਂ ਮੈਂ ਹਰ ਚੀਜ਼। ਤੁਸੀਂ ਤਾਂ ਪੋਲੀਟੀਕਲ ਵਾਈਜ਼ ਵੀ ਐਂਡ ਹੋਰ ਵੀ ਬਥੇਰੇ ਤੁਸੀਂ ਜਿਹਨੂੰ ਕਹਿੰਦੇ ਵੀ ਕੰਮ ਕਾਜ ਰੋੜੇ ਹੋਏ ਹੈ ਤਾਂ ਉਦੋਂ ਬੰਦਾ ਸੋਚਦਾ ਵੀ ਹੁਣ ਮੇਰੇ ਥੱਲੇ ਇੰਨੇ ਨੌਕਰ ਹੈ ਤਾਂ ਇਹ ਕੰਮ ਕਰਨ, ਮੈਂ ਖੁਦ ਨਾ ਕਰਾਂ, ਮੈਂ ਆਰਾਮ ਨਾਲ ਵੱਡੀ ਕੁਰਸੀ ਤੇ ਬੈਠਾ। ਪਰ ਅੱਜ ਅਸੀਂ ਦੇਖ ਰਹੇ ਹਾਂ ਵੀ ਤੁਸੀਂ ਟਰੱਕ ਵੀ ਚਲਾ ਰਹੇ ਹੋ ਵੱਡੇ ਵੱਡੇ, ਸਾਰਾ ਕੰਮ ਹੈ ਜਿਹੜਾ ਖੁਦ ਕਰਨਾ ਪਸੰਦ ਕਰਦੇ ਹੋ। ਮੈਨੂੰ ਨਹੀਂ ਲੱਗਦਾ ਵੀ ਹਜੇ ਮੈਂ ਕੋਈ ਬੁਲੰਦੀਆਂ ਛੂਹੀਆਂ ਨੇ ਜਾਂ ਕੁਝ ਹਜੇ ਬਹੁਤ ਲਾਈਫ ਦੇ ਵਿੱਚ ਅਚੀਵ ਕਰ ਲਿਆ। ਕਿਸੇ ਕੰਪੀਟੀਸ਼ਨ ਕਿਸੇ ਨੂੰ ਨੀਵਾਂ ਦਿਖਾਉਣ ਲਈ ਨਹੀਂ, ਆਪਦੇ ਆਪ ਨਾਲ ਕੰਪੀਟੀਸ਼ਨ ਹੈ ਤੇ ਆਪਾਂ ਆਪਦੀ ਮੰਜ਼ਿਲ ਸੈੱਟ ਕਰਦੇ ਆ, ਪਹੁੰਚ ਜੰਨੇ ਆ, ਫਿਰ ਅੱਗੇ ਕਰਦੇ ਆ। ਅੱਜ ਆਪਣਾ ਬੁਟੀਕ ਵੀ ਰਨ ਕਰ ਰਹੇ ਹੋ, ਸੈਲੂਨ ਵੀ ਰਨ ਕਰ ਰਹੇ ਹੋ, ਤੁਸੀਂ ਤੁਹਾਡਾ ਪੈਟਰੋਲ ਪੰਪ ਵੀ ਹੈ, ਹੋਰ ਸ਼ਾਇਦ ਵੀ ਕੰਮ ਹੋਣਗੇ, ਇਸ ਤੋਂ ਇਲਾਵਾ ਹਸਪੀਟਲ ਵੀ ਹੈ ਹਨਾ। ਸੋ ਹਾਊ ਚੈਲੰਜਿੰਗ ਇਟ ਇਜ਼ ਫॉर ਯੂ ਟੂ ਹੈਂਡਲ all the work at once, ਔਰ ਜਿੱਦਾਂ ਤੁਸੀਂ ਇੱਕ ਮਦਰ ਵੀ ਹੋ, ਯੂ ਆਰ ਮਦਰ ਆਫ 3 daughters, ਕਿਸ ਤਰ੍ਹਾਂ ਜਿਹੜਾ ਹੈਗਾ ਇਸ ਚੈਲੰਜ ਨੂੰ ਤੁਸੀਂ ਲੈਂਦੇ ਹੋ? It's not a challenge for me, it's a management for me. As a management student मैं MBA ਕੀਤੀ ਹੈ HR, ਤਾਂ ਮੇਰੇ ਲਈ ਹਰ ਮੈਂਬਰ ਜਿਵੇਂ ਸਟਾਫ ਹੈ, ਮੈਂ ਸਟਾਫ ਮੈਨੇਜ ਕਰਦੀ ਹਾਂ ਹੈ ਨਾ, ਮੇਰੇ ਹਸਬੈਂਡ ਵੀ ਸਪੋਰਟਿਵ ਨੇ। I live in a joint family, so when they can do n number of tasks, so we are also setting the example, like ਮੈਨੂੰ ਵੀ ਆਏ ਆ ਵੀ ਸੋਸਾਇਟੀ ਨੂੰ ਇਹ ਲੱਗੇ ਵੀ not if this girl can do, why can't we? I am like a common girl. ਮੈਨੂੰ ਕੋਈ ਬਾਹਲਾ ਵੱਡਾ ਕਰਕੇ ਵੇਖਣ ਦੀ ਲੋੜ ਨਹੀਂ। ਮੈਂ ਆਪਦੇ ਮਾਂ ਪਿਓ ਦੀ ਬਹੁਤ ਸ਼ਰਾਰਤੀ ਤੇ ਨੋਟੀ ਡਾਟਰ ਹਾਂ ਫਿਲਹਾਲ, ਹਜੇ ਤੱਕ ਵੀ ਹਾਂ। ਬਟ ਐਂ ਆ ਵੀ ਕੰਮ ਕਰੀ ਜਾ ਰਹੇ ਹਾਂ, ਕੰਟੀਨਿਊਸਲੀ ਕਰ ਰਹੇ ਹਾਂ, ਤਾਂ ਹੌਲੀ ਹੌਲੀ ਰਿਕੋਗਨੀਸ਼ਨ, ਐਕਨੋਲੇਜਮੈਂਟ ਮਿਲਣੀ ਸ਼ੁਰੂ ਹੋ ਗਈ ਐਂਡ ਦ ਵਰਲਡ ਇਜ਼ ਰਿਅਲਾਈਜ਼ਿੰਗ that yes, anything ਕੁਛ ਵੀ ਪੋਸੀਬਲ ਹੈ। ਹਰੇਕ ਮਦਰ ਫਾਦਰ ਚਾਹੁੰਦੇ ਨੇ ਕਿ ਸਾਡਾ ਬੱਚਾ ਤਰੱਕੀ ਕਰੇ, ਚੰਗਾ ਪੜ੍ਹੇ ਲਿਖੇ। ਤੇ ਮੈਂ ਸੋਚਦੀ ਸੀ ਨਾ ਵੀ ਕੋਈ ਵੀ ਇਹੋ ਜਿਹਾ ਕੰਮ ਨਾ ਹੋਵੇ ਜਿਹੜੀ ਮੇਰੀ ਡਾਟਰ ਨੂੰ ਨਾ ਆਉਂਦਾ ਹੋਵੇ, ਤੇ ਉਹਦੇ ਵਿੱਚ ਮਤਲਬ ਬੱਚੇ ਨੂੰ ਪੂਰੀ ਹੈਲਪ ਕੀਤੀ ਤੇ ਮਤਲਬ ਚੰਗੀ ਤਰ੍ਹਾਂ ਸਾਰਾ। ਪਬਲਿਸਿਟੀ ਸਟੰਟ ਹੈ ਔਰ ਇਹ ਪਬਲਿਸਿਟੀ ਕੀ ਹੈ? ਪਬਲਿਸਿਟੀ ਇਟਸ ਲਾਈਕ ਅ ਪਬਲਿਸਿਟੀ ਜਿਹੜੀ ਕਿਸੇ ਦੀ ਲਾਈਫ 'ਚ ਡਿਫਰੈਂਸ ਮੇਕ ਕਰ ਸਕਦੀ ਹੈ। ਇਟਸ ਅ ਪਬਲਿਸਿਟੀ ਟੂ ਮੇਕ ਅ ਡਿਫਰੈਂਸ ਟੂ ਐਨੀਬਡੀਜ਼ ਲਾਈਫ, ਜਿਹੜਾ ਆਪਦੇ 'ਚ ਦਬਿਆ ਹੋਇਆ ਹੈ ਔਰ ਉਹਨਾਂ ਲਈ ਹੈ ਜਿਨ੍ਹਾਂ ਨੂੰ ਲੋਕ ਕਹਿੰਦੇ ਲੈ ਤੂੰ ਆਹ ਵੀ ਕਰ ਲਿਆ, ਤੂੰ ਆਹ ਵੀ ਕਰ ਲਿਆ, ਤੂੰ ਕੁਛ ਵੀ ਨਹੀਂ ਹੈ। ਉਹਨਾਂ ਲਈ ਹੈ ਕਿ ਲਾਈਫ 'ਚ ਬਹੁਤ ਸਾਰੇ ਰੋਲਸ ਵੀ ਤੁਸੀਂ ਐਟ ਅ ਟਾਈਮ ਪਲੇ ਕਰ ਸਕਦੇ ਹੋ, ਕੰਸਿਸਟੈਂਟਲੀ ਲੱਗੇ ਰਹੋ। ਸਤਿ ਸ਼੍ਰੀ ਅਕਾਲ, ਰਹਿਮਤ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਕਾਂक्षा। ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਇਨਸਾਨ ਬੁਲੰਦੀਆਂ ਤੇ ਪਹੁੰਚਦਾ ਹੈ ਜਾਂ ਉਹਨੂੰ ਸ਼ੋਹਰਤ ਮਿਲ ਜਾਂਦੀ ਹੈ ਤਾਂ ਉਹ ਆਪਣੀ ਜਿਹੜੀ ਰੂਟਸ ਨੇ ਉਹ ਛੱਡ ਦਿੰਦੇ ਨੇ। ਪਰ ਸਾਡੇ ਨਾਲ ਅੱਜ ਇੱਕ ਅਜਿਹੀ ਧੀ ਮੌਜੂਦ ਹੈ, ਅਜਿਹੀ ਪੰਜਾਬ ਦੀ ਕੁੜੀ ਮੌਜੂਦ ਹੈ ਜੋ ਕਿ ਆਪਣੀ ਰੂਟਸ ਦੇ ਨਾਲ ਜੁੜੀ ਹੋਈ ਹੈ ਔਰ ਅੱਛੀ ਬਿਜ਼ਨਸ ਵੂਮਨ, ਮੈਂ ਕਹੂੰਗੀ ਕਿ ਚੰਗੀ ਰਈਸ ਬਿਜ਼ਨਸ ਵੂਮਨ ਹੈ, ਪਰ ਸਾਰੇ ਜਿਹੜੇ ਕੰਮ ਕਾਜ ਹੈ ਖੁਦ ਕਰਨਾ ਪਸੰਦ ਕਰਦੀ ਹੈ। ਭਾਵੇਂ ਉਹ ਟਰੱਕ ਚਲਾਉਣ ਦੀ ਗੱਲ ਹੋਵੇ ਜਾਂ ਗਰਾਊਂਡ ਲੈਵਲ ਤੇ ਜੋ ਵੀ ਕੰਮ ਕਰਨ ਵਾਲੇ ਹੋਣ। ਅੰਮ੍ਰਿਤ ਗਿੱਲ ਸਾਡੇ ਨਾਲ ਨੇ, ਉਹ ਆਪ ਕਰਨਾ ਪਸੰਦ ਕਰਦੇ ਨੇ ਤੇ ਉਹਨਾਂ ਦੇ ਪੇਰੈਂਟਸ ਵੀ, ਉਹਨਾਂ ਦੇ ਮਾਤਾ ਜੀ ਔਰ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ। ਗੱਲਬਾਤ ਕਰਾਂਗੇ ਇਹਨਾਂ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਮੈਮ, ਜਦੋਂ ਬੰਦਾ ਕਿਸੇ ਹਾਈਟਸ ਤੇ ਪਹੁੰਚ ਜਾਂਦਾ ਹੈ ਨਾ, ਤੇ ਤੁਸੀਂ ਤਾਂ ਪੋਲੀਟੀਕਲ ਵਾਈਜ਼ ਵੀ ਐਂਡ ਹੋਰ ਵੀ ਬਥੇਰੇ ਤੁਸੀਂ ਜਿਹਨੂੰ ਕਹਿੰਦੇ ਵੀ ਕੰਮ ਕਾਜ ਰੋੜੇ ਹੋਏ ਹੈ, ਤਾਂ ਉਦੋਂ ਬੰਦਾ ਸੋਚਦਾ ਵੀ ਹੁਣ ਮੇਰੇ ਥੱਲੇ ਇੰਨੇ ਨੌਕਰ ਹੈ ਤਾਂ ਇਹ ਕੰਮ ਕਰਨ, ਮੈਂ ਖੁਦ ਨਾ ਕਰਾਂ, ਮੈਂ ਆਰਾਮ ਨਾਲ ਵੱਡੀ ਕੁਰਸੀ ਤੇ ਬੈਠਾ। ਪਰ ਅੱਜ ਅਸੀਂ ਦੇਖ ਰਹੇ ਹਾਂ ਵੀ ਤੁਸੀਂ ਟਰੱਕ ਵੀ ਚਲਾ ਰਹੇ ਹੋ ਵੱਡੇ ਵੱਡੇ, ਸਾਰਾ ਕੰਮ ਹੈ ਜਿਹੜਾ ਖੁਦ ਕਰਨਾ ਪਸੰਦ ਕਰਦੇ ਹੋ।
ਮੈਨੂੰ ਨਹੀਂ ਲੱਗਦਾ ਵੀ ਹਜੇ ਮੈਂ ਕੋਈ ਬੁਲੰਦੀਆਂ ਛੂਹੀਆਂ ਨੇ ਜਾਂ ਕੁਛ ਹਜੇ ਬਹੁਤ ਲਾਈਫ ਦੇ ਵਿੱਚ ਅਚੀਵ ਕਰ ਲਿਆ। ਪਰ ਆਕਾਂਕਸ਼ਾ ਤੁਸੀਂ ਮੈਨੂੰ ਜਾਣਦੇ ਵੀ ਹੋ ਹੈ ਨਾ, ਪਹਿਲਾਂ ਤੋਂ ਹੀ ਜਾਣਦੇ ਹੋ। ਕੁਛ ਕੁ ਟੈਗਸ ਨੇ ਜਿਹੜੇ ਫੈਦਰਸ ਇਨ ਮਾਈ ਕੈਪ ਆ ਗਏ ਨੇ, ਪਰ ਮੇਰੇ 'ਚ ਚੇਂਜ ਨਹੀਂ ਆਏਗਾ। ਨਾ ਅੱਜ ਆਇਆ, ਨਾ ਕੱਲ ਸੀਗਾ, ਤੇ ਨਾ ਕੱਲ ਨੂੰ ਜਿੱਥੇ ਮੈਂ ਪਹੁੰਚ ਗਈ ਹੈ ਨਾ, ਬਿਕਾਜ਼ ਦੇਰ ਇਜ਼ ਜਰਨੀ ਹੈ ਜਿਹੜੀ ਇਹ ਅਨਐਂਡਿੰਗ ਹੁੰਦੀ ਹੈ ਨਾ। ਤੁਸੀਂ ਨਿਊ ਟਾਰਗੇਟਸ ਸੈੱਟ ਕਰਦੇ ਹੋ, ਉਹਨੂੰ ਅਚੀਵ ਕਰਦੇ ਹੋ, ਸੈਲਫ ਐਕਨੋਲੇਜ ਕਰਦੇ ਹੋ ਤੇ ਅੱਗੇ ਵੱਧ ਜਾਂਦੇ ਹੋ। ਬਿਕਾਜ਼ ਇਹ ਕੰਪੀਟੀਸ਼ਨ ਕਿਸੇ ਨੂੰ ਨੀਵਾਂ ਦਿਖਾਉਣ ਲਈ ਨਹੀਂ, ਆਪਦੇ ਆਪ ਨਾਲ ਕੰਪੀਟੀਸ਼ਨ ਹੈ ਤੇ ਆਪਾਂ ਆਪਦੀ ਮੰਜ਼ਿਲ ਸੈੱਟ ਕਰਦੇ ਹਾਂ, ਪਹੁੰਚ ਜੰਨੇ ਆ, ਫਿਰ ਅੱਗੇ ਕਰਦੇ ਆ। ਸੋ ਮੈਨੂੰ ਬੜਾ ਮਹਿਸੂਸ ਹੁੰਦਾ ਵੀ ਆਪਣੀਆਂ ਜੜ੍ਹਾਂ ਦੇ ਨਾਲ ਜਿਹੜਾ ਇਨਸਾਨ ਜੁੜਿਆ ਰਹਿੰਦਾ ਜੀ, ਉਹ ਭਾਵੇਂ ਜਿੰਨਾ ਮਰਜ਼ੀ ਉੱਚਾ ਉੱਡ ਜੇ ਤੇ ਉਹੀ ਕਾਮਯਾਬ ਹੁੰਦਾ। ਜਿਹਨੇ ਆਪਦੀਆਂ ਜੜ੍ਹਾਂ ਛੱਡੀਆਂ ਨੇ ਫਿਰ ਅਸਮਾਨ 'ਚ ਉੜ ਕੇ ਰੁਲ ਜਾਂਦਾ ਹੈ। ਉਹ ਕਾਮਯਾਬ ਆਪਾਂ ਕਹੀਏ ਵੀ ਉਹ ਕੁਛ ਸਮਾਂ ਤਾਂ ਨਜ਼ਰ ਆਉਂਦੀ ਹੈ ਉਚਾਈ, ਉਸ ਤੋਂ ਬਾਅਦ ਨਹੀਂ ਨਜ਼ਰ ਆਉਂਦਾ। ਸੋ ਮੈਂ ਨਹੀਂ ਚਾਹੁੰਦੀ ਵੀ ਮੈਂ ਉਹਨਾਂ ਵਿੱਚ ਸ਼ਾਮਿਲ ਹੋਵਾਂ। ਮੈਂ ਗਰਾਊਂਡ ਲੈਵਲ 'ਤੇ ਹੀ ਖੁਸ਼ ਹਾਂ ਅਤੇ ਵਧੀਆ ਵਾਂ, ਆਪਦੀ ਲਾਈਫ ਇੰਜੋਏ ਕਰ ਰਹੀ ਹਾਂ ਮੈਂ ਹਰ ਚੀਜ਼। ਮੈਮ, ਜਿਸ ਤਰ੍ਹਾਂ ਤੁਸੀਂ ਵੈਲ ਟੂ ਡੂ ਫੈਮਿਲੀ ਨੂੰ ਬਿਲੋਂਗ ਕਰਦੇ, ਤੁਹਾਡੇ ਪੇਰੈਂਟਸ ਦੀ ਗੱਲ ਕਰੀਏ ਤਾਂ ਨਾਲ ਮੌਜੂਦ ਨੇ ਮਾਤਾ ਪਿਤਾ, ਔਰ ਜੇ ਆਪਾਂ ਇਨ-ਲॉज ਦੀ ਵੀ ਗੱਲ ਕਰੀਏ ਦੇਰ ਆਲਸੋ ਵੈਰੀ ਵੈਲ ਆਫ ਹੈ ਨਾ। ਤਾਂ ਜਿੱਦਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਬੜੀ ਬਾਹਰ ਨੂੰ ਰੁਖ ਕਰ ਰਹੀ ਹੈ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵੱਲ ਭੱਜ ਰਹੇ ਨੇ ਉਹ। ਮੈਂ ਦੇਖ ਰਹੀ ਹਾਂ ਕਿ ਤੁਸੀਂ ਪੰਜਾਬ ਦੀ ਧੀ ਹੋ ਕੇ, ਵਧੀਆ ਪਰਿਵਾਰ ਦੇ ਹੋ ਕੇ ਤੁਸੀਂ ਵੀ ਬਾਹਰ ਸੈੱਟ ਹੋ ਸਕਦੇ ਸੀ, ਪਰ ਤੁਸੀਂ ਪੰਜਾਬ ਹੀ ਕਿਉਂ ਚੁਣਿਆ? ਮੈਂ ਨਾ ਜੇ ਸੱਚੀ ਦੱਸਾਂ ਹੈ ਨਾ, ਯੂ ਵਿਲ ਸੇ ਕਿ ਅੱਜ ਮੈਂ ਮੀਡੀਆ 'ਤੇ ਕਹਿ ਰਹੀ ਹਾਂ, ਮੈਂ ਤਾਂ ਫੋਰਨ ਹਜੇ ਤੱਕ ਗਈ ਨਹੀਂ, ਇੰਡੀਆ 'ਚ ਆਲਮੋਸਟ ਕੋਈ ਜਗ੍ਹਾ ਛੱਡੀ ਨਹੀਂ। ਮੈਨੂੰ ਆਪ ਨੂੰ ਐਂ ਲੱਗਦਾ ਵੀ ਬਾਈ ਚਾਂਸ ਮੈਂ ਫੋਰਨ ਜਾ ਕੇ ਕਿਤੇ ਮੂਵ ਹੀ ਨਾ ਹੋ ਜਾ, ਮਤਲਬ ਇਹ ਨਾ ਸੋਚਾਂ ਵੀ ਨਹੀਂ ਮੈਂ ਇੱਥੇ ਸਟੇ ਕਰਨਾ। ਬਿਕਾਜ਼ ਮੈਨੂੰ ਮੇਰਾ ਨੇਸ਼ਨ, ਮੇਰੀ ਕੰਟਰੀ ਬਹੁਤ ਪਸੰਦ ਆ, ਔਰ ਮੈਂ ਇੱਥੇ ਰਹਿ ਕੇ ਇੱਥੋਂ ਦੀ ਡਿਵੈਲਪਮੈਂਟ ਲਈ ਕੰਮ ਕਰਨਾ ਚਾਹੁੰਦੀ ਹਾਂ। ਸਾਡੀ ਪੰਜਾਬੀ ਪੀੜ੍ਹੀ ਹੈ ਜਿਹੜੀ ਅਗਲੀ, ਤੁਸੀਂ ਲਗਾਓ ਵੀ 30-30 40-40 ਲੱਖ ਰੁਪਇਆ ਜਾ ਕੇ ਫੋਰਨ 'ਚ ਇਨਵੈਸਟ ਕਰ ਰਹੇ ਨੇ, ਔਰ ਉਹ ਇਨਵੈਸਟ ਕਰਨ ਤੋਂ ਬਾਅਦ ਸਿਰਫ ਉਹਨਾਂ ਨੂੰ ਡਿਗਰੀ ਮਿਲ ਰਹੀ ਹੈ। ਕੰਮ ਉਹ ਉਹੀ ਕਰ ਰਹੇ ਨੇ ਜਿਹੜੇ ਇੱਥੇ ਲਾਈਕ ਅਨਸਕਿਲਡ ਲੇਬਰ ਕੰਮ ਕਰਦੀ ਆ। ਤਾਂ ਫਰਕ ਸਿਰਫ ਹੈ ਵੀ ਹਾਂ ਉੱਥੋਂ ਦੇ ਡਾਲਰ ਇੱਥੇ ਆ ਕੇ 70-80 ਰੁਪੀਜ਼ ਟਾਈਮਸ ਵੱਧ ਜਾਂਦੇ ਨੇ। ਬਟ ਜੇ ਆਪਾਂ ਆਪਦੇ ਹੀ ਸਟੇਟ ਨੂੰ ਅਪਲਿਫਟਮੈਂਟ ਲਈ, ਜਿਵੇਂ ਕ੍ਰੌਪ ਡਾਈਵਰਸੀਫਿਕੇਸ਼ਨ, ਖੇਤੀ ਦੇਖੋ, ਕੋਈ ਕਿੱਤਾ ਵੱਡਾ ਨਹੀਂ, ਕੋਈ ਕਿੱਤਾ ਛੋਟਾ ਨਹੀਂ ਗਾ। ਖੇਤੀ ਨੂੰ ਹੀ ਜੇ ਚੰਗੀ ਤਰ੍ਹਾਂ ਮਿਹਨਤ ਨਾਲ, ਔਰ ਮਾਂ ਪਿਓ ਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਆ ਵੀ ਆਪਦੇ ਬੱਚੇ ਨੂੰ ਸ਼ੁਰੂ ਤੋਂ ਹੀ ਉਹ ਕੰਮ ਦੇ ਵਿੱਚ, ਕਿਉਂਕਿ ਇਕੱਲੀ ਪੜ੍ਹਾਈ ਕੰਮ ਨਹੀਂ ਹੈ। ਆਪਾਂ ਨੂੰ ਲੱਗਦਾ ਵੀ ਇਕੱਲਾ ਬੱਚਾ ਪੜ੍ਹੇ, ਜੇ ਉਹ ਪੜ੍ਹਨ ਦੇ ਨਾਲ ਨਾਲ ਹੋਰ ਸਾਰੇ ਕੰਮ ਕਰੂਗਾ। ਕਿਉਂਕਿ ਮੈਨੂੰ ਮੇਰੇ ਹਸਬੈਂਡ ਜਦੋਂ ਦੱਸਦੇ ਹੁੰਦੇ ਨੇ ਵੀ ਅਸੀਂ 6ਵੀਂ ਦੇ ਵਿੱਚ ਹੀ ਆਪਦੇ ਫਾਦਰ ਦੀ ਕੰਮ ਕਰਨ ਲੱਗ ਗਏ ਸੀਗੇ, ਜੋ ਫਾਦਰ ਕਹਿੰਦੇ ਸੀਗੇ। ਔਰ ਸਬਜ਼ੀ ਮੰਡੀ 'ਚ ਲੈਂਡਲॉर्ड ਫੈਮਿਲੀ ਨੂੰ ਬਿਲੋਂਗ ਕਰਨ ਦੇ ਬਾਵਜੂਦ ਜੇ ਕੋਈ ਸਬਜ਼ੀ ਹੋ ਜਾਂਦੀ ਸੀ ਤਾਂ ਇਹਨਾਂ ਨੇ ਛੋਟੇ ਹੁੰਦੇ ਸਬਜ਼ੀ ਮੰਡੀ 'ਚ ਜਾ ਕੇ ਉਹ ਸਬਜ਼ੀ ਵੀ ਵੇਚੀ ਹੈ, ਜਿਹਦੇ ਕਰਕੇ ਸਾਡੇ ਪਰਿਵਾਰ ਦੇ ਵਿੱਚ ਕੋਈ ਕੰਮ ਨੂੰ ਵੱਡਾ ਛੋਟਾ ਨਹੀਂ ਮੰਨਿਆ ਜਾਂਦਾ ਹੈਗਾ। ਕੋਈ ਵੀ ਕੰਮ ਹੈ, ਕਿਹੋ ਜਿਹਾ ਵੀ ਹੈ, ਸਾਨੂੰ ਲੱਗਦਾ ਵੀ ਠੀਕ ਹੈ, ਕਰ ਸਕਦੇ ਹਾਂ। ਔਰ ਈਗੋਲੈਸ ਹੈ ਸਾਰਾ ਕੁਝ। ਤੁਸੀਂ ਅੱਜ ਆਪਣਾ ਬੁਟੀਕ ਵੀ ਰਨ ਕਰ ਰਹੇ ਹੋ, ਸੈਲੂਨ ਵੀ ਰਨ ਕਰ ਰਹੇ ਹੋ, ਤੁਸੀਂ, ਤੁਹਾਡਾ ਪੈਟਰੋਲ ਪੰਪ ਵੀ ਹੈ, ਹੋਰ ਸ਼ਾਇਦ ਵੀ ਕੰਮ ਹੋਣਗੇ ਇਸ ਤੋਂ ਇਲਾਵਾ, ਹਸਪੀਟਲ ਵੀ ਹੈ ਨਾ। ਸੋ ਹਾਊ ਚੈਲੰਜਿੰਗ ਇਟ ਇਜ਼ ਫॉर ਯੂ ਟੂ ਹੈਂਡਲ ਆਲ ਦ ਵਰਕ ਐਟ ਵਨਸ? ਔਰ ਜਿੱਦਾਂ ਤੁਸੀਂ ਇੱਕ ਮਦਰ ਵੀ ਹੋ, ਯੂ ਆਰ ਮਦਰ ਆਫ 3 ਡਾਟਰਸ, ਤਾਂ ਸੇਮ ਟਾਈਮ ਘਰ ਨੂੰ ਵੀ ਮੈਨੇਜ ਕਰਨਾ ਔਰ ਬਾਹਰਲੇ ਕੰਮਾਂ ਨੂੰ ਵੀ ਮੈਨੇਜ ਕਰਨਾ, ਕਿਸ ਤਰ੍ਹਾਂ ਜਿਹੜਾ ਹੈਗਾ ਇਸ ਚੈਲੰਜ ਨੂੰ ਤੁਸੀਂ ਲੈਂਦੇ ਹੋ? It's not a challenge for me, it's a management for me. As a management student ਆ, ਮੈਂ MBA ਕੀਤੀ ਹੈ HR, ਤਾਂ ਮੇਰੇ ਲਈ ਹਰ ਮੈਂਬਰ, ਜਿਵੇਂ ਸਟਾਫ ਹੈ, ਮੈਂ ਸਟਾਫ ਮੈਨੇਜ ਕਰਦੀ ਹਾਂ ਹੈ ਨਾ। ਮੇਰੇ ਹਸਬੈਂਡ ਵੀ ਸਪੋਰਟਿਵ ਨੇ। ਆਈ ਲਿਵ ਇਨ ਅ ਜੁਆਇੰਟ ਫੈਮਿਲੀ, ਤਾਂ ਜੁਆਇੰਟ ਫੈਮਿਲੀ ਦੀਆਂ ਵੈਲਿਊਜ਼ ਨੇ ਜਿਹੜੀਆਂ ਉਹ ਮੇਰੇ ਬੱਚਿਆਂ 'ਚ ਜਾ ਰਹੀਆਂ ਨੇ। ਸਾਡੇ ਪਰਿਵਾਰ 'ਚ ਜ਼ਿਆਦਾਤਰ ਲੋਕ ਜਿੰਨੇ ਮੇਰੀ ਫੈਮਿਲੀ ਨਾਲ, ਇਨ-ਲॉज ਨਾਲ ਵੀ ਕਨੈਕਟਡ ਨੇ, ਉਹ ਜ਼ਿਆਦਾਤਰ ਜੁਆਇੰਟ ਫੈਮਿਲੀਜ਼ 'ਚ ਰਹਿੰਦੇ ਨੇ, ਔਰ ਅਸੀਂ ਬੜਾ ਖੁਸ਼ ਹੋ ਕੇ ਉਸ ਚੀਜ਼ ਨੂੰ ਇੰਜੋਏ ਕਰਦੇ ਹਾਂ।
ਤੋ ਮੰਮਾ ਹੋ ਗਏ, ਮਦਰ ਇਨ ਲਾ, ਫਾਦਰ ਇਨ ਲਾ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਨੇ। ਮੈਂ ਔਰ ਬੱਚਿਆਂ ਦੇ ਲਈ ਐ ਨਹੀਂ ਹੁੰਦਾ ਵੀ ਆਹ ਨਹੀਂ ਹੈ ਤਾਈ ਜੀ ਤੋਂ ਨਹੀਂ ਪੁੱਛਣਾ, ਤਾਊ ਜੀ ਤੋਂ ਨਹੀਂ ਪੁੱਛਣਾ। ਸੋ ਦੇ ਆਰ ਮਿਕਸਡ ਐਂਡ ਗਰੂਮਿੰਗ ਇਨ ਅ ਵੈਰੀ ਲਾਈਕ ਕਹਿੰਦੇ ਹੁੰਦੇ ਨੇ ਹਰ ਟਾਈਪ ਦੇ ਨਾਲ ਐਡਜਸਟਮੈਂਟਸ ਵੀ ਸਿੱਖ ਰਹੇ ਨੇ, ਉਹ ਗਰੋ ਵੀ ਕਰ ਰਹੇ ਨੇ। ਔਰ ਮੈਂ ਜਿੰਨਾ ਕੁ ਟਾਈਮ ਉਹਨਾਂ ਦੇ ਅਕੈਡਮਿਕਸ ਲਈ ਮੈਨੇਜ ਕਰਨਾ, ਦੇਖਣਾ ਤਾਂ ਦਿੰਦੀ ਹਾਂ। ਬਾਕੀ ਆਪਦਾ ਡਿਜ਼ਾਈਨਿੰਗ ਹੈ ਉਹਨੂੰ ਸਵੇਰੇ ਘੰਟਾ 2 ਘੰਟੇ ਜਾ ਕੇ ਸਾਰੀਆਂ ਇੰਸਟਰਕਸ਼ਨਸ ਬਿਕਾਜ਼ ਸਟਾਫ ਨੂੰ ਦੇਤੀਆਂ ਵੀ ਇਹਦੀ ਆਹ ਡਿਜ਼ਾਈਨਿੰਗ ਕਰ ਦਿਓ, ਇਹਦੀ ਆਹ ਕਰ ਦਿਓ। ਬਾਕੀ ਫੋਨ 'ਤੇ ਪੈਟਰੋਲ ਪੰਪ ਨੂੰ ਮੈਨੇਜ ਕਰ ਲਿਆ ਜਾਂ ਐਜ਼ ਅ ਐਸੋਸੀਏਸ਼ਨ ਲੈਵਲ ਹੈ ਨਾ, ਪੰਜਾਬ ਦੀ ਐਗਜ਼ੈਕਟਿਵ ਮੈਂਬਰ ਅਤੇ ਸਪੋਕਸਪਰਸਨ ਹੋਣ ਦੇ ਨਾਤੇ ਜੀ ਜੀ ਪੰਜਾਬ ਦੀਆਂ ਜੋ ਇਸ਼ੂਜ਼ ਨੇ ਜਾਂ ਕੋਈ ਹੈ ਤਾਂ ਉਹਨੂੰ ਉਵੇਂ ਹੈਂਡਲ ਕਰੀਦਾ। ਤੇ ਸੋ ਇਟਸ ਬੇਸਿਕਲੀ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਬਟ ਇੱਕ ਬੰਦਾ ਤੁਸੀਂ ਇੱਕ ਮਦਰ ਨੂੰ ਲਾਓ, ਜੇ ਉਹਦੇ ਮਲਟੀਪਲ ਰੋਲਸ ਦੇਖਣੇ ਹੋਣ, ਇੱਕ ਵਾਈਫ ਵੀ ਹੈ, ਇੱਕ ਡਾਟਰ ਵੀ ਹੈ, ਇੱਕ ਮਦਰ ਵੀ ਹੈ, ਇੱਕ ਡਾਟਰ ਇਨ ਲਾ ਵੀ ਹੈ, ਕਿਚਨ ਵੀ, ਹੋਮ ਮੇਕਰ ਵੀ, ਆਪਦੇ ਬੱਚਿਆਂ ਲਈ ਉਹ ਟੀਚਰ ਵੀ ਹੈ, ਆਪਦੇ ਰਿਸ਼ਤੇਦਾਰੀਆਂ 'ਚ ਉਵੇਂ ਹੀ ਹੈ, ਸਾਰਿਆਂ ਦੇ ਲਈ ਹੈ। ਤਾਂ ਉਹ ਜਦੋਂ ਉਹ ਇੰਨੇ ਸਾਰੇ ਰੋਲ ਕਰਦੀ ਆ, ਆਪਾਂ ਕਦੇ ਨਹੀਂ ਉਹਨੂੰ ਕੁਐਸਚਨ ਕਰਦੇ ਬਿਕਾਜ਼ ਆਪਾਂ ਉਹਨੂੰ ਅੰਡਰ ਐਸਟੀਮੇਟ ਕਰਦੇ ਹਾਂ। ਸੋ ਵੈਨ ਦੇ ਕੈਨ ਡੂ n number of tasks, so we are also setting the example, like ਮੈਨੂੰ ਵੀ ਆਏ ਆ ਵੀ ਸੋਸਾਇਟੀ ਨੂੰ ਇਹ ਲੱਗੇ ਵੀ not if this girl can do, why can't we? If she is just like I am like a common girl, ਮੈਨੂੰ ਕੋਈ ਬਾਹਲਾ ਵੱਡਾ ਕਰਕੇ ਵੇਖਣ ਦੀ ਲੋੜ ਨਹੀਂ। ਮੈਂ ਆਪਦੇ ਮਾਂ ਪਿਓ ਦੀ ਬਹੁਤ ਸ਼ਰਾਰਤੀ ਤੇ ਨੋਟੀ ਡਾਟਰ ਹਾਂ, ਫਿਲਹਾਲ ਹਜੇ ਤੱਕ ਵੀ ਹਾਂ। ਤਾਂ ਆਈ ਐਮ ਅ ਨੋਰਮਲ ਗਰਲ ਹੈ ਨਾ, ਬਟ ਐਂ ਆ ਵੀ ਕੰਮ ਕਰੀ ਜਾ ਰਹੇ ਹਾਂ, ਕੰਟੀਨਿਊਸਲੀ ਕਰ ਰਹੇ ਹਾਂ, ਤਾਂ ਹੌਲੀ ਹੌਲੀ ਰਿਕੋਗਨੀਸ਼ਨ, ਐਕਨੋਲੇਜਮੈਂਟ ਮਿਲਣੀ ਸ਼ੁਰੂ ਹੋ ਗਈ। ਐਂਡ ਦ ਵਰਲਡ ਇਜ਼ ਰਿਅਲਾਈਜ਼ਿੰਗ ਦੈਟ ਯੈਸ ਐਨੀਥਿੰਗ ਕੁਛ ਵੀ ਪੋਸੀਬਲ ਹੈ ਜੇ ਤੁਸੀਂ ਕੰਸਿਸਟੈਂਟਲੀ ਉਸ ਚੀਜ਼ ਨੂੰ ਲੱਗੇ ਰਹਿੰਦੇ ਹੋ। ਐਜ਼ ਅ ਸਪੋਕਸ ਪਰਸਨ ਮੈਂ ਕਹਾਂ ਵੀ ਸਾਲ ਪਹਿਲਾਂ ਜਿਹੋ ਜਿਹੀ ਮੈਂ ਸੀ, ਇੰਨੀ ਫੀਅਰਫੁਲ ਹੁੰਦੀ ਸੀ ਵੀ ਉਹ ਪੜ੍ਹ ਲਓ, ਐਂ ਪਤਾ ਨਹੀਂ ਕਿਵੇਂ ਜਵਾਬ ਦੇਣਾ ਹੈ ਨਾ, ਬਟ ਨਾਓ ਆਈ ਐਮ ਕੂਲ, ਫੀਲ ਲਾਈਕ ਕਿ 5-10 ਪੈਸੇ ਪਹਿਲਾਂ ਨਾਲੋਂ ਬੈਟਰ ਹੋਈ ਆ, ਬਟ ਹਜੇ ਤੱਕ ਹੋਰ ਇੰਪਰੂਵਮੈਂਟ ਦੀ ਲੋੜ ਆ। ਤਾਂ ਇਟਸ ਜਸਟ ਲਾਈਕ ਦੈਟ ਆਕਾਂक्षा, ਮਚ ਕਲੈਕਟਡ। ਹਾਂ। ਅੱਛਾ, ਆਪਾਂ ਮੈਮ ਦੇਖਦੇ ਜਿਹੜੀਆਂ ਹੋਮ ਮੇਕਰਸ ਹੁੰਦੀਆਂ ਲੇਡੀਜ਼ ਜਾਂ ਈਵਨ ਅੱਜ ਕੱਲ੍ਹ ਤਾਂ ਲੜਕੀਆਂ ਦੇ ਆਲ ਆਰ ਕੁਆਲੀਫਾਈਡ, ਅੱਜ ਕੱਲ੍ਹ ਦੀਆਂ ਲੜਕੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ, ਪਰ ਉਹਨਾਂ ਦੇ ਜਿਹੜੇ ਅਰਮਾਨ ਆ ਉਹ ਕਿਤੇ ਨਾ ਕਿਤੇ ਦੱਬੇ ਜਾਂਦੇ ਆ, ਜੇ ਉਹ ਕੰਮ ਵੀ ਕਰਨਾ ਚਾਹੁੰਦੀਆਂ, ਆਪਣਾ ਕੋਈ ਵੈਂਚਰ ਸਟਾਰਟ ਕਰਨਾ ਚਾਹੁੰਦੀਆਂ ਨੇ, ਹੈ ਨਾ। ਤਾਂ ਤੁਸੀਂ ਸੇਮ ਟਾਈਮ 'ਤੇ ਕਾਫੀ ਕੁਛ ਕਰ ਰਹੇ ਹੋ। ਮੈਂ ਇੱਕ ਹੋਰ ਤੁਹਾਡੀ ਉਪਲਬਧੀ ਗਿਣਾਉਣਾ ਭੁੱਲ ਗਈ ਕਿ ਤੁਸੀਂ ਐਕਟਰੈਸ ਵੀ ਹੋ, ਹੈ ਨਾ। ਸੋ ਮੈਨੂੰ ਲੱਗਦਾ ਹੌਲੀ ਹੌਲੀ ਯਾਦ ਆਊਗਾ ਵੀ ਕੀ ਕੰਮ ਨੇ, ਬਿਕਾਜ਼ ਦ ਲਿਸਟ ਇਜ਼ ਲੌਂਗ। And in a span of 3 months I will be a lawyer, advocate ਬਣ ਜੂੰਗੀ ਮੈਂ। ਹਾਂਜੀ ਹਾਂਜੀ। ਤੋ ਹਾਂਜੀ, ਤੁਸੀਂ ਯੂ ਵਰ ਆਸਕਿੰਗ। ਮੈਂ ਇਹੀ ਕਹਿ ਰਹੀ ਸੀਗੀ ਕਿ ਜਿਹੜੀਆਂ ਔਰਤਾਂ ਨਾ ਉਹਨਾਂ ਨੂੰ ਦੱਬਿਆ ਜਾਂਦਾ, ਚਾਹੇ ਅਸੀਂ ਇਹ ਕਹਿ ਦਈਏ ਵੀ ਉਹਨਾਂ ਦੇ ਇਨ-ਲॉज ਜਾਂ ਉਹਨਾਂ ਦੇ ਹਸਬੈਂਡ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਜਾਂ ਪੇਰੈਂਟਸ ਨਹੀਂ ਉਹਨਾਂ ਨੇ ਸਪੋਰਟ ਕਰਦੇ, ਕਿਉਂਕਿ ਦੇਖੋ ਕੁਛ ਵੀ ਹੈ, ਚਾਹੇ ਔਰਤ ਕਿੰਨਾ ਮਰਜ਼ੀ ਪੜ੍ਹ ਲਵੇ ਪਰ ਉਹਨੂੰ ਸਪੋਰਟ ਤਾਂ ਇੱਕ ਚਾਹੀਦਾ ਹੁੰਦਾ ਨਾ, ਸਪੋਰਟ ਸਿਸਟਮ ਤਾਂ ਉਹਨੂੰ ਚਾਹੇ ਪੇਰੈਂਟਸ ਦਾ ਹੋਵੇ ਚਾਹੇ ਹਸਬੈਂਡ ਦਾ ਹੋਵੇ, ਤੁਹਾਨੂੰ ਦੋਨੇ ਪਾਸਿਓਂ ਹੈ। ਪਰ ਜਿਹੜੀਆਂ ਔਰਤਾਂ ਮਤਲਬ ਬੈਠੀਆਂ ਨੇ, ਹੋ ਸਕਦਾ ਤੁਹਾਨੂੰ ਦੇਖ ਕੇ ਕਈ ਇਨਸਪਾਇਰ ਹੋ ਜਾਣਗੇ, ਨਹੀਂ ਯਾਰ ਅਸੀਂ ਵੀ ਘਰੋਂ ਬਾਹਰ ਨਿਕਲੀਏ ਤੇ ਅਸੀਂ ਵੀ ਕੰਮ ਕਰੀਏ। ਦੇਖੋ ਕਈ ਵਾਰ ਤਾਂ ਤੁਹਾਨੂੰ ਦਬੰਗ ਬਣਨਾ ਪੈਂਦਾ, ਠੀਕ ਹੈ, ਬਹੁਤ ਚੀਜ਼ਾਂ ਸੌਖੀਆਂ ਵੀ ਨਹੀਂ ਮਿਲਦੀਆਂ, ਬਟ 90% ਚੀਜ਼ਾਂ ਨੇ ਜਿਹੜੀਆਂ ਆਪਣੇ ਪਰਿਵਾਰ ਨੂੰ, ਆਪਦੇ ਮਾਂ-ਪਿਓ ਨੂੰ ਜੇ ਤੁਸੀਂ ਨਾਲ ਲੈ ਕੇ ਉਹਨਾਂ ਨੂੰ ਕੌਨਫੀਡੈਂਸ 'ਚ ਰੱਖੋਗੇ, ਔਰ ਆਪਦੇ ਇਨ-ਲॉज ਨੂੰ, ਜੇ ਮੈਨੂੰ ਨਹੀਂ ਲੱਗਦਾ ਮੇਰੀ ਜੇਠਾਣੀ ਨੇ ਉਹ ਵੀ ਵਿਆਹ ਤੋਂ ਬਾਅਦ DM ਕੀਤੀ, ਉਹਨਾਂ ਨੇ ਪੜ੍ਹੇ ਨੇ, ਮੇਰੀ ਨਨਾਣ ਨੇ ਵੀ ਵਿਆਹ ਤੋਂ ਬਾਅਦ MD ਕੀਤੀ ਆ, ਹੈ ਨਾ, ਔਰ ਮੈਂ ਵੀ ਪੜ੍ਹ ਰਹੀ ਹਾਂ, ਹੈ ਨਾ, ਆਫਟਰ ਮਾਈ ਮੈਰਿਜ ਆਈ ਡਿਡ 3 ਡਿਗਰੀਜ਼, ਹੈ ਨਾ। ਤੋ ਉਹਨਾਂ ਨੂੰ ਜੇ ਤੁਹਾਡੇ ਵਿੱਚ ਪੋਸੀਬਿਲਿਟੀ ਦਿਖਦੀ ਆ ਨਾ ਤਾਂ ਤੁਸੀਂ ਕਰ ਸਕਦੇ ਹੋ। ਔਰ ਮਨਾਉਣ ਦੀ ਗੱਲ ਹੈ, ਇੱਕ ਛੋਟਾ ਬੱਚਾ ਹੁੰਦਾ ਹੈ, ਜਿਵੇਂ ਉਹ ਕਈ ਵਾਰ ਪਿਆਰ ਨਾਲ ਮਨਾ ਲੈਂਦਾ, ਕਈ ਵਾਰ ਜ਼ਿੱਦ ਨਾਲ ਮਨਾ ਲੈਂਦਾ, ਆਕੜ ਨਾਲ ਕੋਈ ਨਹੀਂ ਮੰਨਦਾ ਹੈਗਾ। ਸਹੀ ਗੱਲ ਹੈ। ਤਾਂ ਜੇ ਤੁਸੀਂ ਹਸਬੈਂਡ ਵੀ ਤੁਹਾਡੇ ਹੀ ਨੇ, ਇਨ-ਲॉज ਵੀ, ਪੇਰੈਂਟਸ ਵੀ, ਮੈਨੂੰ ਲੱਗਦਾ ਵੀ ਮਨਾਉਣਾ ਆਉਣਾ ਚਾਹੀਦਾ ਹੈ ਐਂਡ ਕੰਸਿਸਟੈਂਟ ਐਫਰਟ ਹੋਣਾ ਚਾਹੀਦਾ ਹੈ, ਔਰ ਉਹਨਾਂ ਨੂੰ ਤੁਹਾਡੇ ਵਿੱਚ ਉਹ ਫਾਇਰ ਦਿਖਣੀ ਚਾਹੀਦੀ ਆ। ਐਂਡ you can, or there are many females ਜਿਹੜੀਆਂ
ਔਡ ਸਿਚੁਏਸ਼ਨਸ ਦੇ ਵਿੱਚ ਵੀ ਜਦੋਂ ਕਮਿਟਡ ਸੀਗੀਆਂ ਉਹ ਸਕਸੈਸਫੁਲ ਹੋਈਆਂ ਨੇ। ਆਪਣੇ ਕੋਲੇ ਬਹੁਤ ਸਾਰੇ ਐਗਜ਼ਾਮਪਲ। was it tough for you to make them understand, ਮਤਲਬ ਉਹਨਾਂ ਨੂੰ ਮਨਾਉਣਾ, ਜਾਂ they were I mean supportive to you ਜਦੋਂ ਤੁਸੀਂ ਸ਼ੁਰੂਆਤ ਕੀਤੀ ਕੰਮਕਾਜ ਕਰਨ ਦੀ? ਤਾਂ ਕੀ ਇਨ-ਲॉज ਨੂੰ ਮਨਾਉਣਾ ਔਖਾ ਸੀ ਜਾਂ ਉਹ ਤੁਹਾਡੇ ਨਾਲ ਤੁਹਾਨੂੰ ਸਪੋਰਟ ਦੇ ਵਿੱਚ ਸੀ? ਮੈਨੂੰ ਮਨਾਉਣਾ ਹੀ ਨਹੀਂ ਪਿਆ। ਅੱਛਾ। they were just always my husband है ना, मैं आई एम लाइक अ गर्ल कि रात ਨੂੰ ਕੁਝ ਸੋਚਿਆ ਮੈਂ ਐ ਕਰਾਂ। ਮਾਈ ਹਸਬੈਂਡ ਇਜ਼ ਆਲਵੇਜ਼ देयर, ਤੂੰ ਦੇਖ ਲਾ ਹੈ ਨਾ। ਮੈਂ ਮਦਰ ਇਨ ਲਾ ਉਹਨਾਂ ਨੂੰ ਦੱਸਿਆ, ਉਹਨਾਂ ਦਾ ਇੱਕ ਹੁੰਦਾ ਤੂੰ ਬਹੁਤ ਪੰਗੇ ਲੰਨੀ ਆ, ਚੱਲ ਜੇ ਜਿਵੇਂ ਤੇਰਾ ਠੀਕ ਲੱਗਦਾ ਹੈ, ਤੂੰ ਟਿਕਦੀ ਨਹੀਂ ਗਈ ਹੈ ਨਾ। ਬਟ ਉਹ ਇੰਟਰਨਲੀ ਰਿਅਲਾਈਜ਼ ਕਰਦੇ ਨੇ ਹੈ ਨਾ ਵੀ ਠੀਕ ਹੈ, ਸ਼ੀ ਇਜ਼ ਪੈਸ਼ਨੇਟ। ਬਟ ਐ ਆ ਵੀ ਐਜ਼ ਅ ਮਦਰ ਇਨ ਲਾ ਨੂੰ ਵੀ ਉਵੇਂ ਹੀ ਐਕਸੈਪਟ ਕਰਨਾ ਪੈਂਦਾ। ਮੈਨੂੰ ਨਹੀਂ ਪਤਾ ਮੈਂ ਲੇਟ ਹੋ ਗਈ ਤਾਂ ਜਾਨਸਾਰ ਉਹਨਾਂ ਨੇ ਡਾਂਟ ਦੇਣਾ, ਤੂੰ ਲੇਟ ਹੋ ਗਈ ਐ, ਤੈਨੂੰ ਪਤਾ ਨਹੀਂ ਹੈ। ਇਟਸ ਲਾਈਕ ਅ ਚਾਈਲਡ ਹੈ ਨਾ। ਡਾਟਰ ਇਨ ਲਾ ਆ ਪਰ ਉਹਨਾਂ ਲਈ ਡਾਟਰ ਹੀ ਆ, ਤਾਂ ਉਹਨਾਂ ਨੇ ਜਿਵੇਂ ਕਰਨਾ। ਔਰ ਮੈਂ ਕਦੇ ਰਿਐਕਟ ਨਹੀਂ ਕਰਦੀ ਬਿਕਾਜ਼ ਮੈਂ ਮੇਰੇ ਮਦਰ ਦੇ ਵਿੱਚ ਮੇਰੇ ਮਦਰ ਖੜੇ ਨੇ ਤੇ ਮਦਰ ਇਨ ਲਾ ਦੇ ਵਿੱਚ ਫਰਕ ਨਹੀਂ ਕੀਤਾ। ਔਰ ਉਹਨਾਂ ਨੇ ਵੀ ਜਿੰਨਾ ਮੇਰੀ ਮਦਰ ਮੇਰੀ ਕੇਅਰ ਕਰਦੇ ਨੇ, ਮੇਨਲੀ ਇਹਨਾਂ ਦਾ ਕੰਸਰਨ ਮੇਰੇ ਖਾਣੇ ਲਈ ਹੁੰਦਾ ਵੀ ਬਿਕਾਜ਼ ਆਈ ਐਮ ਵੈਰੀ ਪੂਅਰ ਇਨ ਈਟਿੰਗ ਐਂਡ ਆਲ। ਖਾਂਦੀ ਖੁੰਦੀ ਨਹੀਂ ਗੀ ਉਹ ਮਦਰ ਇਨ ਲਾ ਲਈ ਵੀ ਸੇਮ ਹੈ ਤੇ ਮਦਰ ਲਈ ਵੀ ਸੇਮ ਹੈ। ਸੋ ਦੇ ਆਰ ਆਫਟਰ ਮਾਈ, ਤੂੰ ਖਾਦਾ ਨਹੀਂ, ਤੂੰ ਐ ਨਹੀਂ ਕੀਤਾ, ਮੈਨੂੰ ਪਤਾ ਰੋਟੀ ਮੁੜ ਕੇ ਆਊਗੀ, ਗਈ ਕਿੱਥੇ ਆ। ਸੋ ਦੈਟਸ ਹਾਊ ਦੇਅਰ ਕੰਸਰਨਸ ਆਰ। ਉਹਨਾਂ ਨੂੰ ਐ ਹੁੰਦਾ ਵੀ ਰਾਤ ਨੂੰ ਬਹੁਤ ਲੇਟ ਨਾ ਹੋਵੇ, ਸ਼ੀ ਸ਼ੁੱਡ ਬੀ ਸੇਫ ਤੇ ਕੰਮ ਕਰ ਰਹੀ ਹੈ ਘਰੇ ਟਾਈਮ ਸਿਰ ਆ ਜਾਵੇ। ਦੈਟਸ देयर ਕੰਸਰਨਸ ਵਿਦ ਜੈਨੂਇਨ। ਮੈਂ ਹੁਣ ਅੰਕਲ ਆਂਟੀ ਨਾਲ ਗੱਲ ਕਰਨਾ ਚਾਹੂੰਗੀ। ਆਂਟੀ ਬਹੁਤ ਸਮੇਂ ਦੇ ਤੁਸੀਂ ਵੇਟ ਕਰ ਰਹੇ ਹੋ ਖੜੇ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਕਿ ਜਿਹੜੀ ਮਾਂ ਹੁੰਦੀ ਹੈ ਨਾ, ਉਹ ਫਰਸਟ ਟੀਚਰ ਹੁੰਦੀ ਹੈ ਆਪਣੀ ਡਾਟਰ ਦੀ ਜਾਂ ਆਪਣੇ ਬੱਚਿਆਂ ਦੀ, ਹੈ ਨਾ। ਤਾਂ ਜਿਹੜੀ ਸਾਰੀ ਸਿੱਖਿਆ ਇਹਨਾਂ ਨੂੰ ਤੁਹਾਡੇ ਕੋਲੋਂ ਆਈ ਹੈ? ਬੇਟੇ ਕੀ ਕਹਿੰਦੇ ਮਦਰ ਦਾ ਇਹ ਹੁੰਦਾ ਨਾ, ਬੱਚੇ ਨੂੰ ਸ਼ੁਰੂ ਤੋਂ ਹੀ ਥੋੜਾ ਜਿਹਾ ਹਰੇਕ ਮਦਰ ਫਾਦਰ ਚਾਹੁੰਦੇ ਨੇ ਕਿ ਸਾਡਾ ਬੱਚਾ ਤਰੱਕੀ ਕਰੇ, ਚੰਗਾ ਪੜ੍ਹੇ ਲਿਖੇ। ਤੇ ਮੈਂ ਸੋਚਦੀ ਸੀ ਨਾ ਵੀ ਕੋਈ ਵੀ ਇਹੋ ਜਿਹਾ ਕੰਮ ਨਾ ਹੋਵੇ ਜਿਹੜੀ ਮੇਰੀ ਡਾਟਰ ਨੂੰ ਨਾ ਆਉਂਦਾ ਹੋਵੇ। ਤੇ ਉਹਦੇ ਵਿੱਚ ਮਤਲਬ ਬੱਚੇ ਨੂੰ ਪੂਰੀ ਹੈਲਪ ਕੀਤੀ ਤੇ ਮਤਲਬ ਚੰਗੀ ਤਰ੍ਹਾਂ ਸਾਰਾ ਗਾਈਡ ਕੀਤਾ। ਜਿਹੜਾ ਇਹ ਟਰਾਲਾ ਚਲਾਉਂਦੇ ਜਾਂ ਜਿਹੜਾ ਇਹ 10 ਟੈਰੀ ਗੱਡੀ ਚਲਾਉਂਦੇ, ਤੇ ਇਹ ਵਿਆਹ ਤੋਂ ਪਹਿਲਾਂ ਵੀ ਚਲਾਉਂਦੇ ਸੀ ਕਿ ਇਹਨਾਂ ਨੇ ਬਾਅਦ ਸ਼ੁਰੂ ਕੀਤਾ? ਨਹੀਂ, ਪਹਿਲਾਂ ਮਤਲਬ ਇਹਨੂੰ ਕਾਰ ਸਿਖਾਈ ਤੇ ਫਾਦਰ ਤਾਂ ਉਹਨਾਂ ਚਾਹੁੰਦੇ ਨਹੀਂ ਸੀਗੇ, ਤੇ ਮੈਂ ਕਿਹਾ ਵੀ ਨਹੀਂ, ਇਹਨੂੰ ਹਰੇਕ ਚੀਜ਼ ਸਿਖਾਉਣੀ ਆ। ਹਾਂਜੀ, ਕਾਰ ਸਿਖਾਉਣੀ। ਫਿਰ ਇਹਦੇ ਹਸਬੈਂਡ ਨੇ ਇਹਦੀ ਸਾਰੀ ਜ਼ਿਆਦਾ ਹੈਲਪ ਕੀਤੀ। ਅੰਕਲ ਕਿਵੇਂ ਮਹਿਸੂਸ ਕਰਦੇ ਹੋ? ਤੁਹਾਡੀ ਬੇਟੀ ਬੜੀ ਜਿਹਨੂੰ ਕਹਿੰਦੇ ਪੁਸ਼ਿੰਗ ਹੈ, ਔਰ ਹਰੇਕ ਕੋਈ ਮਰਜ਼ੀ ਫੀਲਡ ਹੋਵੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ। ਤੇ ਨਾਮ ਇਹਨਾਂ ਦਾ ਬਠਿੰਡੇ 'ਚ। ਹਾਂਜੀ, ਠੀਕ ਹੈ, ਬੜੀ ਖੁਸ਼ੀ ਹੁੰਦੀ ਹੈ। ਹਾਂਜੀ। ਔਰ ਬਾਕੀ ਮੇਰੇ ਤਾਂ ਕਹਿੰਦੇ ਕੋਈ ਰੁਕਾਵਟ ਨਹੀਂ ਰਹੇਗੀ ਕਿਸੇ ਕੰਮ, ਜਿਵੇਂ ਮਰਜ਼ੀ ਇਹਨਾਂ ਦੇ ਕਰਨਾ, ਜੋ ਵੀ ਕਰਨਾ ਉਹ ਕਰੀ ਜਾਂਦੇ ਸੀ ਆਪਣੇ ਉਸ ਨਾਲ। ਮੈਨੂੰ ਮੇਰੇ ਫਾਦਰ ਮਦਰ ਤੋਂ, ਮੇਰੇ ਗ੍ਰੈਂਡਫਾਦਰ ਚ, ਮੇਰੇ ਬ੍ਰਦਰਸ ਦੇ ਵਿੱਚ ਕੋਈ ਡਿਫਰੈਂਸ ਨਹੀਂ ਰੱਖਿਆ ਗਿਆ। ਸਭ ਤੋਂ ਜ਼ਿੱਦੀ ਅੜੀਅਲ ਮੈਂ ਹੀ ਸੀ ਵੀ ਜੋ ਚਾਹੀਦਾ ਉਹ ਮੈਂ ਲੈਣਾ ਹੀ ਲੈਣਾ। ਮੈਮ ਇੱਕ ਆਖਰੀ ਸਵਾਲ, ਜਿਸ ਤਰ੍ਹਾਂ ਤੁਸੀਂ 10 ਟੈਰੀ ਗੱਡੀ ਚਲਾਉਂਦੇ ਹੋ, ਬਹੁਤ ਕੁਝ ਕਰਦੇ ਹੋ ਅੱਜ ਕੱਲ੍ਹ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਕਈ ਲੋਕ ਇਹ ਵੀ ਕਹਿੰਦੇ ਨੇ ਕਿ ਯਾਰ ਇਹ ਤਾਂ ਇੱਕ ਪਬਲਿਸਿਟੀ ਸਟੰਟ ਹੈ। ਸੁਣਨ ਨੂੰ ਮਿਲਦਾ ਹੋਣਾ ਤੁਹਾਨੂੰ, ਹੈ ਨਾ। ਸੋ ਹਾਊ ਡੂ ਯੂ ਟੇਕ ਇਟ? ਇਫ ਦੇ ਵਾਂਟ ਟੂ ਟੇਕ ਇਟ ਲਾਈਕ ਅ ਪਬਲਿਸਿਟੀ ਸਟੰਟ, ਲੈਟ ਇਟ ਬੀ ਪਬਲਿਸਿਟੀ ਸਟੰਟ ਹੈ। ਔਰ ਇਹ ਪਬਲਿਸਿਟੀ ਕੀ ਹੈ? ਪਬਲਿਸਿਟੀ ਇਟਸ ਲਾਈਕ ਅ ਪਬਲਿਸਿਟੀ ਜਿਹੜੀ ਕਿਸੇ ਦੀ ਲਾਈਫ 'ਚ ਡਿਫਰੈਂਸ ਮੇਕ ਕਰ ਸਕਦੀ ਹੈ। ਇਟਸ ਅ ਪਬਲਿਸਿਟੀ ਟੂ ਮੇਕ ਅ ਡਿਫਰੈਂਸ ਟੂ ਐਨੀਬਡੀਜ਼ ਲਾਈਫ ਜਿਹੜਾ ਆਪਦੇ 'ਚ ਦਬਿਆ ਹੋਇਆ। ਔਰ ਉਹਨਾਂ ਲਈ ਹੈ ਜਿਨ੍ਹਾਂ ਨੂੰ ਲੋਕ ਕਹਿੰਦੇ ਲੈ ਤੂੰ ਆਹ ਵੀ ਕਰ ਲਿਆ, ਤੂੰ ਆਹ ਵੀ ਕਰ ਲਿਆ, ਤੂੰ ਕੁਛ ਵੀ ਨਹੀਂ ਹੈ। ਉਹਨਾਂ ਲਈ ਹੈ ਕਿ ਲਾਈਫ 'ਚ ਬਹੁਤ ਸਾਰੇ ਰੋਲਸ ਵੀ ਤੁਸੀਂ ਐਟ ਅ ਟਾਈਮ ਪਲੇ ਕਰ ਸਕਦੇ ਹੋ, ਕੰਸਿਸਟੈਂਟਲੀ ਲੱਗੇ ਰਹੋ। ਸੋ ਇਟਸ ਅ ਪਬਲਿਸਿਟੀ ਸਟੰਟ ਫॉर दैट। ਆਪਦਾ ਹੈ ਕਿ ਮੈਂ ਤਾਂ ਜੋ ਕਰ ਰਹੀ ਹਾਂ ਤੁਹਾਨੂੰ ਲੱਗਦਾ ਹੈ ਵੀ ਇਹ ਦਿਖਾਉਣਾ ਚਾਹੀਦਾ ਹੈ, ਇਹਦੇ ਨਾਲ ਕਿਸੇ ਦੀ ਲਾਈਫ ਦੇ ਵਿੱਚ ਇਨ ਕੇਸ ਕਿਸੇ ਦੀ ਲਾਈਫ 'ਚ 1% ਵੀ ਡਿਫਰੈਂਸ ਹੁੰਦਾ ਹੈ। ਸੋ I think ਕਿ ਮੇਰਾ efforts ਨੇ ਜਿਹੜੇ it's worth doing ਐਂਡ
ਜਿੰਨਾ ਮਰਜ਼ੀ ਟ੍ਰੋਲਿੰਗ ਐਂਡ ਕ੍ਰਿਟਿਸਿਜ਼ਮ ਆਏ, ਮੈਨੂੰ ਨਹੀਂ ਲੱਗਦਾ ਹੈਗਾ ਜੇ ਉਹਦੇ ਵਿੱਚ 100 ਨੈਗੇਟਿਵਿਟੀ ਹੈ, ਇੱਕ ਪੋਜ਼ਿਟਿਵਿਟੀ ਵੀ ਹੈ ਨਾ, ਤਾਂ ਆਈ ਐਮ ਹੈਪੀ ਵਿਦ ਦੈਟ। ਹਾਂਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਸਾਡੇ ਨਾਲ ਇਹ ਅੰਮ੍ਰਿਤ ਗਿੱਲ ਤੇ ਉਹਨਾਂ ਦੇ ਪੇਰੈਂਟਸ ਮੌਜੂਦ ਸੀ। ਅੰਮ੍ਰਿਤ ਗਿੱਲ ਉਹ ਕੁੜੀ ਹੈ ਜਿਹੜੀ ਕਿ ਇੱਕ ਸਮੇਂ ਦੇ ਵਿੱਚ ਵਧੇਰੇ ਕੰਮ ਕਰਦੀ ਹੈ, ਔਰ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿ 10 ਟੈਰੀ ਜਿਹੜੀ ਗੱਡੀ ਹੈ ਉਹ ਵੀ ਇਹ ਆਪ ਡਰਾਈਵ ਕਰਦੇ ਆ। ਹਾਲਾਂਕਿ ਇਹਨਾਂ ਦੇ ਨੀਚੇ ਬਹੁਤ ਕੰਮ ਕਰਨ ਵਾਲੇ ਇਹਨਾਂ ਦੇ ਹੈਲਪਰਸ ਨੇ, ਪਰ ਫਿਰ ਵੀ ਜ਼ਮੀਨੀ ਪੱਧਰ ਤੇ ਕੰਮ ਕਰਨਾ ਇਹ ਧੀ ਆਪ ਪ੍ਰੈਫਰ ਕਰਦੀ ਹੈ। ਬਠਿੰਡਾ ਤੋਂ ਰਹਿਮਤ ਟੀਵੀ ਦੇ ਲਈ ਆਕਾਂक्षा ਸਕਸੈਨਾ।